तेरे कोलों मैं कुछ होर नहीं मंगदा। जदों वो इहदा हो गया तो सारा कुछ ही इहदा। वो जिद्दां पंजाबी कहते ना, होवे खसम जिहदी बल ਉਹਦੀ कौन करेगा। घर च बीवी आ, जे ਉਹਦਾ आदमी ਉਹਦੇ ਨਾਲ ਆ, ਉਹਨੂੰ ਕਿਹੜਾ ਡਰ ਆ ਸੱਸ ਸਹੁਰੇ ਦਾ, ਦੇਰ ਜੇਠ ਦਾ ਜਾਂ ਮਹੱਲੇ ਦਾ, ਕਿਸੇ ਦਾ ਡਰ ਨਹੀਂ। ਉਹ ਆਕੜ ਕੇ ਤੁਰੀ ਫਿਰਦੀ, ਕਹਿੰਦੀ ਕੋਈ ਨਹੀਂ ਬੰਦਾ ਮੇਰੇ ਨਾਲ। ਤੇ ਜੇ ਆਦਮੀ ਉਹਦੇ ਨਾਲ ਹੋ ਜਾਵੇ ਨਾਰਾਜ਼, ਤੇ ਦੇਰ ਜੇਠ ਹੋਈ ਆ, ਸੱਸ ਸਹੁਰਾ ਵੀ ਆ, ਲੈ ਉਹ ਕੀ ਕਰ ਸਕਦੇ ਉਹਦੇ ਵਾਸਤੇ। ਫਿਰ ਘਰ 'ਚ ਬਾਦਸ਼ਾਹੀ ਜਿਹੜੀ ਉਹਦੀ ਆ, ਉਹ ਆਪਣੇ ਮਰਦ ਦੇ ਨਾਲ। ਤੇ ਫਿਰ ਮਰਦ ਨੂੰ ਆਪਣੇ ਮੀਆਂ ਨੂੰ ਰਾਜ਼ੀ ਰੱਖੇ ਤੇ ਘਰ ਦੇ ਵਿੱਚ ਉਹ ਬਾਦਸ਼ਾਹ, ਪੂਰੇ ਘਰ ਦੀ ਮਾਲਕ ਆ। ਬਾਹਰੋਂ ਸਵੇਰ ਤੋਂ ਸ਼ਾਮ ਤੱਕ ਕਮਾਉਂਦਾ, ਮਿਹਨਤ ਕਰਦਾ, ਸ਼ਾਮ ਨੂੰ ਜਦੋਂ ਆਉਂਦਾ ਜੋ ਕਮਾਇਆ ਉਹ ਘਰ ਬੈਠੀ ਉਹਦੇ ਹੱਥ 'ਤੇ ਲਾ ਕੇ ਰੱਖਦੀ। ਕਮਾਏ ਇਹਨੇ ਆ, ਮਿਹਨਤ ਇਹਨੇ ਕੀਤੀ ਆ, ਹਰ ਚੀਜ਼ ਦੀ ਮਾਲਕ ਹੋਊਗਾ। ਤੇ ਜਿਸ ਵੇਲੇ ਮਰਦ ਹੋ ਜਾਵੇ ਨਾਰਾਜ਼ ਇਹਦੇ ਨਾਲ, ਜਦੋਂ ਸ਼ੌਹਰ ਨਾਰਾਜ਼ ਹੋ ਗਿਆ ਤੇ ਉਹਨੇ ਘਰੋਂ ਬਾਹਰ ਕੱਢਿਆ, ਤੇ ਜਿਸ ਘਰ ਦੀ ਮਾਲਕ ਸੀ ਤੇ ਦਰਵਾਜ਼ੇ 'ਚੋਂ ਪੈਰ ਬਾਹਰ ਰੱਖਿਆ ਤੇ ਕੰਡਾ ਲੱਗ ਗਿਆ, ਤੇ ਫਿਰ ਉਸ ਘਰ 'ਚੋਂ ਸੂਈ ਵੀ ਹੈ ਨਹੀਂ ਕਿ ਜਿਹਦੇ ਨਾਲ ਕੰਡਾ ਕੱਢ ਸਕਦਾ। ਤੇ ਫਿਰ ਉਹ ਘਰ ਦੀ ਬਾਦਸ਼ਾਹੀ ਜਿਹੜੀ ਆ, ਉਹ ਆਪਣੇ ਮਾਲਕ ਦੇ ਨਾਲ ਆ। ਤੇ ਫਿਰ ਜੇ ਇਸ ਦੁਨੀਆ ਤੇ ਜੇ ਆਖਰਤ ਦੇ ਵਿੱਚ ਬਾਦਸ਼ਾਹੀ ਕਾਇਮ ਕਰਨੀ ਆ, ਸਕੂਨ ਚਾਹੀਦਾ, ਤੇ ਫਿਰ ਉਹਦੇ ਵਾਸਤੇ ਕੀ ਕਰਨਾ ਪਊ, ਆਪਣੇ ਮਾਲਕ ਨਾਲ ਜਾਰੀ ਹੋਣਾ। ਤੇ ਫਿਰ ਮਾਲਕ ਤੇ ਯਕੀਨ ਤਵੱਕਲ ਜਿਹੜਾ ਵਾ, ਉਹ ਯਕੀਨ ਮੁਹਕਮ ਜਿਹੜਾ ਵਾ ਉਹ ਰੱਖਣਾ ਪਊਗਾ। ਜਿਸ ਵੇਲੇ ਉਹਦੇ ਉੱਤੇ ਯਕੀਨ ਪੱਕਾ ਹੋਊਗਾ, ਫਿਰ ਕਿਸੇ ਚੀਜ਼ ਦੀ ਥੋੜ੍ਹ। ਸਾਡੇ ਯਕੀਨ ਜਿਹੜੇ ਆ ਉਹ ਭਟਕਲ ਯਕੀਨ ਆ, ਸਿਦਕੁਲ ਯਕੀਨ ਬਹੁਤ ਘੱਟ ਵਾ। ਅਟਕਲ ਯਕੀਨ ਤੇ ਭਟਕਲ ਯਕੀਨ ਅਸੀਂ ਬੋਲਦੇ ਹਾਂ। ਤੇ ਸਿਦਕੁਲ ਯਕੀਨ ਹੋ ਕੇ ਬੈਠ ਜਾਈਏ ਸਿਦਕ ਦੇ ਨਾਲ, ਤੇ ਉਹ ਅੱਜ ਨਹੀਂ ਤੇ ਕੱਲ੍ਹ, ਕੱਲ੍ਹ ਨਹੀਂ ਤੇ ਪਰਸੋਂ, ਉਹ ਕਮੀ ਕੋਈ ਨਹੀਂ ਰੱਖਦਾ, ਉਹ ਆਪਣੇ ਖਜ਼ਾਨਿਆਂ 'ਚੋਂ ਦਈ ਰੱਖਦਾ। ਤੇ ਅਸੀਂ ਫਿਰ ਭਟਕਲ ਯਕੀਨ ਇੱਦਾਂ ਹੋ ਜਾਂਦੇ ਹਾਂ, ਸਾਡਾ ਯਕੀਨ ਕਦੀ ਅਟਕ ਜਾਂਦਾ ਕਿਸੇ ਗੱਲ 'ਤੇ, ਕਦੀ ਭਟਕ ਜਾਂਦਾ ਕਿ ਅਸੀਂ ਸੋਚਦੇ ਪਤਾ ਨਹੀਂ ਵੀ ਅੱਜ ਮੰਗਿਆ ਨਹੀਂ ਮਿਲਿਆ, ਕੱਲ੍ਹ ਨੂੰ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ। ਇਹ ਦੇਖੋ ਕਿ ਜਿਹੜਾ ਰੋਜ਼ੀ ਜਿਹੜੀ ਆ, ਜਿਹੜਾ ਚੀਜ਼ ਦਾ ਉਹਨੇ ਵਾਅਦਾ ਕੀਤਾ ਹੋਇਆ, ਉਹ ਸਾਨੂੰ ਦੇਣੀ ਨਹੀਂ ਉਹਨੇ, ਉਹ ਦੇ ਰਿਹਾ ਬਚਪਨ ਤੋਂ ਲੱਗ ਕੇ ਹੁਣ ਤੱਕ ਦੇ ਰਹੇ। ਅੱਗੇ ਵੀ ਜਿਹੜਾ ਵਕਤ ਆਉਣਾ ਉਹ 'ਚ ਵੀ ਉਹਨੇ ਦੇਣੀ। ਤੇ ਫਿਰ ਰੋਜ਼ੀ ਦਾ ਮਾਲਕ ਨੇ ਦੇਣੀ ਹੈ। ਤੇ ਇਸ ਰੋਜ਼ੀ ਦੇ ਪਿੱਛੇ ਦੌੜਿਆ ਫਿਰਦਾ। ਮੰਗਣਾ ਉਹ ਚਾਹੀਦਾ ਜਿਹੜਾ ਉਹਨੇ ਕਿਹਾ ਕਿ ਤੂੰ ਕੁਛ ਕਰ। ਰੋਜ਼ੀ ਦਾ ਉਹਨੇ ਵਾਅਦਾ ਕੀਤਾ, ਆਖਰਤ ਦਾ ਵਾਅਦਾ ਨਹੀਂ ਕੀਤਾ। ਆਖਰਤ ਜਿਹੜੀ ਆ ਉਹ ਇਹਦੇ ਅਮਲਾਂ ਦੇ ਉੱਤੇ ਹੋਣੀ ਹੈ। ਉਹ ਜ਼ਾਤ ਨੇ ਕਿਹਾ ਕਿ ਜੋ ਤੂੰ ਕਰਕੇ ਆਏਗਾ ਤੇਰਾ ਹਿਸਾਬ ਕਿਤਾਬ ਕਰਾਂਗੇ, ਹਿਸਾਬ ਕਰਕੇ ਜਿਹੜੇ ਚੀਜ਼ ਦਾ ਤੂੰ ਹੱਕਦਾਰ ਹੋਇਆ ਤੈਨੂੰ ਉਹ। ਪਰ ਦੁਨੀਆ 'ਤੇ ਜਿੰਨਾ ਦਿਨ ਤੂੰ ਰਹਿਣਾ, ਸਾਹ ਤੇਰੇ ਮੁਕਰਰ ਆ, ਰੋਜ਼ੀ ਤੇਰੀ ਮੁਕਰਰ ਆ। ਸਾਹ ਨਾ ਵੱਧ ਹੋਣਾ ਨਾ ਘੱਟ ਹੋਣਾ, ਜਿੰਨੇ ਲਿਖੇ ਗਏ ਉਨੇ ਹੀ ਮਿਲਣੇ। ਰੋਜ਼ੀ ਜਿੰਨੀ ਇਹਦੇ ਨਸੀਬਾਂ ਜਾਂ ਉਹਨੂੰ ਉਨੀ ਹੀ ਮਿਲਣੀ। ਔਰ ਜ਼ਾਤ ਨੇ ਵਾਅਦਾ ਕਰ ਲਿਆ, ਉਹ ਆਪਣੇ ਵਾਅਦਾ ਖਿਲਾਫੀ ਨਹੀਂ ਕਰਦਾ। ਉਹ ਜਿਹੜਾ ਵਾਅਦਾ ਕੀਤਾ ਉਹ ਆਪਣੇ ਵਾਅਦੇ ਨੂੰ ਪੂਰਾ ਕਰਦਾ। ਤੇ ਫਿਰ ਰਿਜ਼ਕ ਦਾ ਉਹਨੇ ਵਾਅਦਾ ਕੀਤਾ ਹੋਇਆ, ਰਿਜ਼ਕ ਇਹਨੂੰ ਮਿਲਣਾ। ਰਿਜ਼ਕ ਨੂੰ ਤਾਂ ਪਰੇਸ਼ਾਨ ਹੋਣ ਦੀ ਜ਼ਰੂਰਤ ਹੀ ਨਹੀਂ ਕਿ ਜੇ ਇਸ ਰਿਜ਼ਕ ਦੇ ਪਿੱਛੇ ਦੌੜਿਆ ਫਿਰਦਾ, ਤੇ ਇਹ ਰਿਜ਼ਕ ਦਾ ਆਪ ਇਹਨਾਂ ਨੂੰ ਤੁਰਿਆ ਫਿਰਦਾ। ਪਰ ਜਿਹੜਾ ਵਾਅਦਾ ਨਹੀਂ ਕੀਤਾ, ਧਿਆਨ ਉਧਰ ਨੂੰ ਕਰਨਾ ਚਾਹੀਦਾ ਕਿ ਅਸੀਂ ਉਹ ਚੀਜ਼ ਮੰਗੀਏ ਜਿਹੜਾ ਉਹਨੇ ਵਾਅਦਾ ਨਹੀਂ ਕੀਤਾ, ਜਿਹੜਾ ਉਹਨੇ ਕਿਹਾ ਕਿ ਤੂੰ ਆਪ ਕਰੇਗਾ, ਆਪਣੀ ਹਿੰਮਤ ਨਾਲ ਲੈ ਕੇ। ਉਹ ਕੀ ਹੈ ਇਹਦੀ ਆਖਰਤ। ਤੇ ਆਪਣੀ ਆਖਰਤ ਵਾਲੇ ਪਾਸੇ ਨੂੰ ਧਿਆਨ ਬਹੁਤਾ ਕਰਨਾ ਚਾਹੀਦਾ। ਅਸੀਂ ਕੀ ਕੀਤਾ, ਆਖਰਤ ਵਾਲਾ ਪਾਸਾ ਛੱਡਿਆ ਵਾ, ਆ ਦੁਨੀਆ ਵਾਲੇ ਪਾਸੇ ਨੂੰ ਹੋਏ ਆ ਕਿ ਅੱਜ ਮੇਰੇ ਕੋਲ ਉਹ ਹੋ ਜਾਵੇ, ਅੱਜ ਮੇਰੇ ਕੋਲ ਆਹ ਹੋ ਜਾਵੇ। ਇੰਨਾ ਕੁਛ ਬਣਾ ਕੇ ਕਰਕੇ ਅਖੀਰ ਫਿਰ ਇੱਕ ਨਾ ਇੱਕ ਦਿਨ ਸਾਰਾ ਕੁਛ ਬਣਾ ਕੇ ਨਿਆਣਿਆਂ ਦੇ ਸਪੁਰਦ ਕਰਕੇ ਆਪ ਵੇਚ ਚਲੇ ਜਾਣਾ। ਤੇ ਫਿਰ ਜਿਹੜਾ ਸਾਰੀ ਉਮਰ ਕਰਦਾ ਰਿਹਾ, ਉਹ ਤੇ ਕੰਮ ਹੀ ਨਾ ਆਇਆ, ਕਬਰ 'ਚ ਇਹਦੇ ਨਾਲ ਹੀ ਨਹੀਂ ਗਿਆ। ਫਿਰ ਕੰਮ ਉਹ ਹੋਵੇ ਜਿਹੜਾ ਕਬਰ 'ਚ ਇਹਦੇ ਨਾਲ ਜਾਵੇ। ਤੇ ਫਿਰ ਕਬਰ ਦੇ ਵਿੱਚ ਅਮਲ ਇਹਦੇ ਨਾਲ ਜਾਣੇ ਆ, ਰਿਜ਼ਕ ਨੇ ਇਹਦੇ ਨਾਲ ਨਹੀਂ ਜਾਣਾ, ਧੀਆਂ ਪੁੱਤਾਂ ਨੇ ਨਹੀਂ ਜਾਣਾ, ਕੋਠਿਆਂ ਨੇ ਨਹੀਂ ਜਾਣਾ, ਹੋਰ ਜੋ ਦੁਨੀਆ ਦਾ ਮਾਲ ਕਮਾਉਂਦੇ ਆ ਉਹਨੇ ਇਹਦੇ ਨਾਲ ਨਹੀਂ ਜਾਣਾ। ਨਾਲ ਜਾਣੇ ਤੇ ਇਹਦੇ ਆਪਣੇ ਅਮਲ ਜਾਣੇ। ਤੇ ਆਪਣੇ ਅਮਲ ਨੂੰ ਇੱਥੇ ਦਰੁਸਤ ਕਰ ਲਵੇ। ਜਦੋਂ ਇਹਦੇ ਅਮਲ ਦਰੁਸਤ ਹੋ ਗਏ ਤੇ ਫਿਰ ਮਾਲਕ ਇਹਦੇ ਨਾਲ ਹੋ ਗਿਆ, ਉਹਨੇ ਫਿਰ ਇਹਨੂੰ ਦੁਨੀਆ ਵੀ ਦੇਈ ਜਾਣੀ ਆ, ਇਹਨੂੰ ਆਖਰਤ ਵੀ ਦੇਣੀ। ਦੁਨੀਆ ਮੰਗਾਂਗੇ ਤੇ ਸਿਰਫ ਦੁਨੀਆ ਮਿਲਣੀ ਆ, ਤੇ ਜੇ ਮਾਲਕ ਨੂੰ ਮੰਗਾਂਗੇ ਤੇ ਫਿਰ ਦੋ ਚੀਜ਼ਾਂ ਮਿਲਣੀਆਂ, ਫਿਰ ਮਾਲਕ ਵੀ ਮਿਲ ਜਾਣਾ ਉਹਦੇ ਨਾਲ। ਪਰ ਹੁਣ ਉਹ ਸਿਮਤ ਇਹਦੀ ਮੰਗਦਾ ਜ਼ਰੂਰ, ਚੱਲਦਾ ਜ਼ਰੂਰ ਆ, ਪਰ ਇਹਦੀ ਸਿਮਤ ਬਦਲਦਾ। ਇਬਾਦਤ ਜ਼ਰੂਰ ਕਰ ਰਿਹਾ ਵਾ, ਦਿਨ ਰਾਤ ਨਮਾਜ਼ਾਂ, ਰੋਜ਼ੇ, ਹੱਜ, ਜ਼ਕਾਤ, ਸਾਰੀਆਂ ਇਬਾਦਤਾਂ ਕਰ ਰਿਹਾ ਵਾ। ਲੇਕਿਨ ਇਬਾਦਤਾਂ ਕਰਦਿਆਂ ਹੋਇਆ ਆਪਣੀ ਸਿਮਤ ਜਿਹੜੀ ਹੈ ਨਾ, ਉਹ ਗਲਤ ਪਾਸੇ ਨੂੰ ਤੁਰ ਪਿਆ ਵਾ। ਰਸਤਾ ਜਿਹੜਾ ਵਾ ਸੱਜੇ ਪਾਸੇ ਨੂੰ ਜਾਣਾ ਸੀ, ਇਹ ਤੁਰ ਪਿਆ ਖੱਬੇ ਪਾਸੇ ਨੂੰ। ਹੁਣ ਖੱਬੇ ਪਾਸੇ ਨੂੰ ਤੁਰ ਪਿਆ, ਉਹਦੇ ਖੱਬੇ ਪਾਸੇ ਤਾਂ ਇਹਦੀ ਮੰਜ਼ਿਲ ਹੀ ਹੈ ਨਹੀਂ, ਮੰਜ਼ਿਲ ਤਾਂ ਇਹਦੀ ਸੱਜੇ ਪਾਸੇ ਆ। ਹੁਣ ਬਜਾਏ ਇੱਧਰ ਨੂੰ ਜਾਣ ਦੇ ਜਦੋਂ ਦੂਸਰੇ ਰਸਤੇ ਚੱਲਿਆ, ਫਿਰ ਚੱਲਦਾ ਜਾਂਦਾ, ਖੁੱਬਦਾ ਜਾਂਦਾ, ਖੁੱਬਦਾ ਦੂਰ ਹੀ ਨਿਕਲ ਜਾਂਦਾ। ਤੇ ਫਿਰ ਜੇ ਸਿੱਧੇ ਰਸਤੇ 'ਤੇ ਚੱਲ ਪਵੇ, ਫਿਰ ਮੰਜ਼ਿਲ ਜਿਹੜੀ ਇਹਦੇ ਨਜ਼ਦੀਕ ਆ। ਪਰ ਉਹ ਮੰਜ਼ਿਲ ਦੀ ਨਿਸ਼ਾਨਦੇਹੀ ਜਿਹੜੀ ਆ ਉਹ ਕਿੱਦਾਂ ਹੋਣੀ ਆ? ਉਹ ਜੇ ਕਿਤਾਬਾਂ ਪੜ੍ਹ ਕੇ ਕਰੋਗੇ, ਕਿਤਾਬਾਂ ਜੁੜਾਉਂਦੀਆਂ, ਕਿਤਾਬਾਂ ਤਾਂ ਇਹਨੂੰ ਹੋਰ ਪਾਸੇ ਨੂੰ ਅੱਗੇ ਦੇ ਕੇ ਲੈ ਜਾਂਦੀਆਂ।
ਤੇ ਜੇ ਦੁਨੀਆਦਾਰਾਂ ਕੋਲ ਜਾ ਕੇ ਲੱਭਾਂਗੇ ਉੱਥੋਂ ਵੀ ਨਹੀਂ ਮਿਲਣੀ। ਇਹ ਤਾਂ ਫਿਰ ਉਹਦੇ ਕੋਲ ਮਿਲਣੀ ਆ ਜਿਹੜਾ ਫਿਰ ਉਸ ਮੰਜ਼ਿਲ ਨੂੰ ਜਾਣਦਾ, ਜਿਹੜਾ ਉਸ ਮੰਜ਼ਿਲ ਦਾ ਵਾਕਫ ਆ, ਉਹਨੇ ਹੀ ਉਹ ਰਸਤਾ ਦੇਣਾ ਵਾ, ਦੂਸਰੇ ਬੰਦੇ ਨੇ ਉਹ ਰਸਤਾ ਨਹੀਂ ਦੇਣਾ। ਕਿ ਉਹ ਕਬੀਰ ਸਾਹਿਬ ਦਾ ਸ਼ੇਰ ਆ ਕਿ ਤੂੰ ਢੂੰढे ਜਿਸ ਚੀਜ਼ को किस बिद आवे हाथ, कहत कबीर तब पाइए जब ਭੇਤੀ ਲਈਏ ਸਾਥ। ਕਿ ਭੇਤੀ ਤੋਂ ਬਗੈਰ ਜਿਹੜਾ ਵਾ ਰਸਤਾ ਨਹੀਂ ਮਿਲਦਾ। ਫਿਰ ਅਸੀਂ ਰਸਤਾ ਲੱਭਦੇ ਹਾਂ ਭੇਤੀ ਤੋਂ ਬਗੈਰ। ਭੇਤੀ ਤੋਂ ਬਗੈਰ ਹੁਣ ਆਪਣੀ ਅਕਲ ਦੇ ਨਾਲ ਲੱਭਦੇ। ਆਪਣੀ ਅਕਲ ਕਿੰਨੀ ਕੁ ਚੱਲ ਜੂਗੀ? ਕਿਉਂਕਿ ਆਪਣੀ ਅਕਲ ਜਿਹੜੀ ਆ ਅਸੀਂ ਬਚਪਨ ਤੋਂ ਲੱਗ ਕੇ ਹੁਣ ਤੱਕ ਇਸਤੇਮਾਲ ਕੀਤੀ ਆ, ਲੇਕਿਨ ਦੇਖੀਏ ਕਿ ਅਕਲ ਦੇ ਨਾਲ ਦੁਨੀਆ ਦਾ ਕਮਾ ਲਊਗਾ ਪਰ ਦੀਨ ਨਹੀਂ ਕਮਾ ਹੋਣਾ। ਤੇ ਫਿਰ ਦੀਨ ਕਮਾਉਣ ਵਾਸਤੇ ਫਿਰ ਇਹਨੂੰ ਕੀ ਕਰਨਾ ਪਊਗਾ? ਕੋਈ ਭੇਤੀ ਲੱਭਣਾ ਪਊਗਾ। ਅਗਰ ਇਹਨੂੰ ਕੋਈ ਭੇਤੀ ਮਿਲ ਜਾਵੇ, ਉਹ ਫਿਰ ਰਹਿਨਮਾਈ ਕਰੇ ਕਿ ਲੈ ਬਹੁਤਾ ਨਾ ਖਪੀ, ਆਹ ਰਸਤਾ ਜਾਂਦਾ ਵਾ, ਆਹ ਤੇਰੀ ਮੰਜ਼ਿਲ ਆ, ਇਸ ਰਸਤੇ 'ਤੇ ਚੱਲ ਪਏ, ਆਹ ਤੇਰੀ ਮੰਜ਼ਿਲ ਆ, ਤੂੰ ਕਿੱਥੇ। ਤੇ ਫਿਰ ਅਸੀਂ ਹੁਣ ਆਪਣੀ ਅਕਲ ਨੂੰ ਲੈ ਕੇ ਅਸੀਂ ਕਹਿੰਦੇ ਨਹੀਂ ਅਸੀਂ ਆਪ ਹੀ ਫੈਸਲਾ ਕਰ ਲਾਂਗੇ, ਅਸੀਂ ਆਪ ਹੀ ਚੱਲ ਲਵਾਂਗੇ। ਆਪ ਕਿਤੇ ਚੱਲ ਲਵਾਂਗੇ? ਜੇ ਆਪ ਚੱਲ ਹੁੰਦਾ ਤੇ ਫਿਰ ਜਿੰਨੇ ਵੀ ਦਰਵੇਸ਼ ਦੁਨੀਆ 'ਤੇ ਹੋਏ ਆ, ਕਾਮਲ ਹੋਏ ਆ, ਉਹਨਾਂ ਨੂੰ ਕਿਹੜੀ ਜ਼ਰੂਰਤ ਪਈ ਸੀ ਕਿਸੇ ਜਗ੍ਹਾ 'ਤੇ ਜਾਣ ਦੀ? ਸੋਚ ਜਿਹੜੀ ਮਿਹਨਤ ਕੀਤੀ। ਬਾਬਾ ਫਰੀਦ ਸਾਹਿਬ ਨੇ ਕਿੰਨੀ ਰਿਆਜ਼ਤ ਕੀਤੀ, ਸੁਲਤਾਨ ਬਾਹੂ ਸਾਹਿਬ ਨੇ ਕਿੰਨੀ ਮਿਹਨਤ ਕੀਤੀ, ਜਾਂ ਹੋਰ ਬਾਕੀ ਵੀ ਜਿਹੜੇ ਦਰਵੇਸ਼ ਆ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਹੈ। ਲੇਕਿਨ ਇੰਨੀ ਮਿਹਨਤ ਕਰਕੇ ਉਹਨਾਂ ਨੂੰ ਰਸਤਾ ਨਹੀਂ ਮਿਲਿਆ। ਅਖੀਰ ਉਹਨਾਂ ਨੂੰ ਫਿਰ ਰਸਤੇ ਦੀ ਰਹਿਨਮਾਈ ਵਾਸਤੇ ਕਿਸੇ ਕੋਲ ਜਾਣਾ ਪਿਆ। ਤੇ 36 ਸਾਲ ਜੋਧ ਕਰਕੇ ਚਿੜੀਆਂ ਨੂੰ ਕਹਿੰਦੇ ਸੀ ਜੀ ਪਾਓ ਤੇ ਜੀ ਪੈਂਦੀਆਂ ਸੀ, ਜੇ ਕਹਿੰਦੇ ਸੀ ਮਰ ਜਾਓ ਤੇ ਮਰ ਜਾਂਦੀਆਂ ਸੀ। ਯਾਨੀ ਰਿਆਜ਼ਤ ਇੰਨੀ ਕਰ ਲਈ ਸੀ, ਮੁਜਾਹਦਾ ਮਸ਼ੱਕਤ ਇੰਨੀ ਕੀਤੀ ਕਿ ਉਹ ਆਪਣੇ ਆਪ 'ਚ ਉਹ ਚੀਜ਼ ਪੈਦਾ ਕਰ ਲਈ ਕਿ ਚਿੜੀਆਂ ਮਾਰ ਵੀ ਦਿੰਦੇ ਸੀ ਤੇ ਚਿੜੀਆਂ ਜਿੰਦੀਆਂ ਵੀ ਕਰਦੇ। ਪਰ ਉਹ ਅਸਲ ਰਸਤੇ ਤੋਂ ਵਾਕਫ ਨਹੀਂ ਸੀ। ਉਸ ਰਸਤੇ ਵਾਸਤੇ ਫਿਰ ਉਹਨਾਂ ਨੂੰ ਫਿਰ ਅੱਗੇ ਜਾਣਾ ਪਿਆ। ਜਿਸ ਵੇਲੇ ਉਸ ਰਸਤੇ ਦੀ ਤਲਾਸ਼ ਵਿੱਚ ਗਏ, ਫਿਰ ਅੱਗਿਓਂ ਜਾ ਕੇ ਉਹ ਫਿਰ ਰਸਤਾ ਮਿਲਿਆ। ਜਿਸ ਵੇਲੇ ਖਵਾਜਾ ਮੀਰੁਦੀਨ ਚਿਸ਼ਤੀ ਕੋਲ ਗਏ ਬਾਬਾ ਫਰੀਦ ਸਾਹਿਬ, ਫਿਰ ਆਪ ਨੇ ਕਿਹਾ ਕਿ ਲੈ ਤੈਨੂੰ ਰਸਤਾ ਦਿੰਦੇ। ਫਿਰ ਵੀ ਇਹਦੇ ਯਕੀਨ ਨੂੰ ਅਜ਼ਮਾਇਆ। ਗੱਲ ਦਾ ਰਸਤਾ ਤਾਂ ਆਪ ਵੀ ਦੱਸ ਸਕਦੇ ਸੀ, ਆਪ ਨਹੀਂ ਦੱਸਿਆ ਕਿਉਂਕਿ ਕੀ ਕਿ ਉਹ ਬੱਚਾ ਬੈਠਾ ਸਾਡਾ, ਉਹਨੂੰ ਪੁੱਛ ਲਿਆ ਜਾ ਕਿ ਦੇਖੀਏ ਕਿ ਹੋਣੀ ਇਹ ਬੜੀ ਜੂਗਾ। ਉਹ ਆਪ ਨੇ ਜਦੋਂ ਦੇਖਿਆ ਮੇਰੀ ਇੰਨੀ ਮਿਹਨਤ, ਇੰਨੀ ਮੇਰੀ ਰਿਆਜ਼ਤ ਤੇ ਮੇਰੀ ਉਮਰ ਇੰਨੀ ਹੈ, ਕੱਲ੍ਹ ਦਾ ਬੱਚਾ ਮੈਨੂੰ ਇੱਥੇ ਭੇਜਦਾ ਨਹੀਂ ਕੀ ਦੱਸਣਾ। ਤੇ ਆਪ ਨੇ ਫਿਰ ਬੱਚੇ ਨੇ ਫਿਰ ਜਿਹੜਾ ਫਿਰ ਕਮਾਲ ਕਰਕੇ ਕਿਤਾਬ ਤੋਂ ਦਿਖਾ ਦਿੱਤਾ ਤੇ ਫਿਰ ਉੱਥੇ ਮੰਨਣਾ ਪੈ ਗਿਆ। ਯਾਨੀ ਫਿਰ ਇਲਮ ਜਿਹੜਾ ਵਾ, ਇਲਮ ਤਾਂ ਸਾਨੂੰ ਕਿਤਾਬਾਂ 'ਚੋਂ ਤੁਰ ਫਿਰ ਕੇ ਮਿਲ ਜਾਊਗਾ। ਮੰਜ਼ਿਲ ਜਿਹੜੀ ਸਾਡੀ ਆ ਉਹ ਇਲਮ ਦੇ ਵਿੱਚ। ਇਲਮ ਕੀ ਆ? ਮੰਜ਼ਿਲ ਨਹੀਂ ਹੈ, ਇੱਕ ਰਸਤਾ। ਕਿ ਜਦੋਂ ਅਸੀਂ ਇਲਮ ਹਾਸਿਲ ਕਰਦੇ ਹਾਂ, ਇਲਮ ਕੀ ਹੈ? ਇੱਕ ਰਸਤਾ ਵਾ, ਮੰਜ਼ਿਲ। ਇਹਦੀ ਮੰਜ਼ਿਲ ਜਿਹੜੀ ਆ ਉਹ ਇਲਮ ਤੋਂ ਅੱਗੇ ਆ। ਉਹ ਕਿਹੜੀ ਆ? ਇਲਮ ਨੇ ਜਿੱਥੇ ਤੱਕ ਇਹਨੂੰ ਚਲਾ ਕੇ ਜਿਸ ਮੰਜ਼ਿਲ ਤੱਕ ਆ ਕੇ ਪਹੁੰਚਾਉਣਾ, ਉਸ ਮੰਜ਼ਿਲ ਦੀ ਨਿਸ਼ਾਨਦੇਹੀ ਜਿਹੜੀ ਆ ਉਹ ਇਲਮ ਨੇ ਨਹੀਂ ਕਰਾਉਣੀ, ਉਹ ਨਿਸ਼ਾਨਦੇਹੀ ਕਿਸੇ ਕਾਮਲ ਨੇ ਕਰਾਉਣੀ ਹੈ। ਤੇ ਚੱਲਣਾ ਉਹਦੇ ਉੱਤੇ ਵੀ ਇਹਨੇ ਆਪਣੇ ਇਲਮ ਦੇ ਨਾਲ। ਇਲਮ ਹਾਸਿਲ ਕਰਨਾ ਪਊਗਾ। ਇਹ ਤਾਂ ਨਹੀਂ ਕਿ ਇਲਮ ਛੱਡ ਦੇਣਾ, ਬਿਲਕੁਲ ਜਾਹਲ ਤਾਂ ਨਹੀਂ ਬਣਨਾ। ਤੇ ਜਦੋਂ ਰਸਤੇ ਦੇ ਵਾਕਫ ਹੋ ਗਿਆ ਫਿਰ ਇਲਮ ਤਾਂ ਆਪੇ ਹੀ ਆ ਗਿਆ। ਜਿਹੜਾ ਇਲਮ ਇਹਨੂੰ ਬਾਹਰੋਂ ਨਹੀਂ ਸੀ ਮਿਲਦਾ ਕਿਤੇੋਂ, ਉਹ ਜਿਸ ਵੇਲੇ ਮਿਲਿਆ ਤੇ ਫਿਰ ਸਭ ਤੋਂ ਵੱਡਾ ਤਾਂ ਆਲਮ ਇਹ ਹੋ ਗਿਆ। ਤੇ ਫਿਰ ਜਿਹਨਾਂ ਨੂੰ ਇਲਮ ਹਾਸਿਲ ਕੀਤਾ ਲੇਕਿਨ ਇਲਮ ਦੇ ਨਾਲ ਕਿਸੇ ਮੰਜ਼ਿਲ 'ਤੇ ਨਹੀਂ ਪਹੁੰਚ ਸਕੇ, ਕਿ ਆਪਣੇ ਮੌਲਾਨਾ ਰੂਮ ਸਾਹਿਬ 360 ਆਲਮਾਂ ਦੇ ਉਸਤਾਦ ਹੋ ਕੇ ਫਿਰ ਵੀ ਕਹਿਣਾ ਪੈ ਗਿਆ ਮੌਲਵੀ ਹਰਗਜ਼ ਨਾ ਸ਼ੁੱਧ ਮੌਲਾਨਾ ਹੈ ਤਾ ਗੁਲਾਮੀ ਹੈ ਸ਼ਮਸ ਤਬਰੇਜ਼ੀ ਨਾ ਸ਼ੁੱਧ। ਕਿ ਇੰਨੀਆਂ ਕਿਤਾਬਾਂ ਲਿਖ ਕੇ ਇੰਨਾ ਕੁਛ ਕਰਕੇ ਫਿਰ ਵੀ ਅਖੀਰ ਉਹਨਾਂ ਨੂੰ ਫਿਰ ਕਹਿਣਾ ਪੈ ਗਿਆ ਹੈ ਕਿ ਤਾ ਗੁਲਾਮੀ ਹੈ ਸ਼ਮਸ ਤਬਰੇਜ਼ੀ ਨਾ ਸ਼ੁੱਧ। ਕਿ ਜਿੰਨੀ ਦੇਰ ਸ਼ਮਸ ਤਬਰੇਜ਼ੀ ਦੀ ਗੁਲਾਮੀ 'ਚ ਨਹੀਂ ਆਇਆ ਉਹਨਾਂ ਚਿਰ ਮੰਜ਼ਿਲ ਨਹੀਂ। ਫਿਰ मंजिल की गर तलाश है तो किसी रहनुमा को दो। मंजिल मिली उन्हें जिन्हें रहनुमा ਤੇ ਫਿਰ ਆਪਣੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਆਪਾਂ ਇਬਾਦਤ ਕਰਦੇ ਹਾਂ, ਰਿਆਜ਼ਤ ਕਰਦੇ ਹਾਂ, ਦਿਨ ਰਾਤ ਮਿਹਨਤ ਕਰਦੇ ਹਾਂ, ਪਰ ਕਿਸੇ ਸਾਡੀ ਇਹ ਕਿਸੇ ਕੰਮ ਆ ਜਾਵੇ, ਕਿਸੇ ਸਾਡੇ ਪੱਲੇ ਪੈ ਜਾਵੇ, ਇਹ ਨਾ ਹੋਵੇ ਕਿ ਬੇਸੂਦ ਨਾ ਹੋਵੇ ਕਿ ਇੱਕ ਕੰਮ ਕਰੀ ਜਾਂਦੇ ਸਵੇਰ ਤੋਂ ਸ਼ਾਮ ਤੱਕ ਕਰਕੇ ਤਾਂ ਮੁੜ ਕੇ ਉਹਦੀ ਦਿਹਾੜੀ ਨਾ ਮਿਲੇ ਤੇ ਉਸ ਕੰਮ ਕਰਨ ਦਾ ਫਾਇਦਾ ਕੀ ਜੀ, ਉਜਰਤ ਹੀ ਨਹੀਂ। ਤੇ ਫਿਰ ਫਾਇਦਾ ਤਾਂ ਉਸੇ ਦਾ ਜਿਹਦੀ ਉਜਰਤ ਇਹਨੂੰ ਮਿਲੇ। ਤੇ ਫਿਰ ਇਸ ਚੀਜ਼ ਦੀ ਨਿਸ਼ਾਨਦੇਹੀ ਕਰੇ, ਨਿਸ਼ਾਨਦੇਹੀ ਕਰਕੇ ਫਿਰ ਮਿਹਨਤ ਕਰੇ। ਜਦੋਂ ਮਿਹਨਤ ਕਰੂਗਾ ਫਿਰ ਇਹਨੂੰ ਉਜਰਤ ਮਿਲੂਗੀ। ਜਿਹੜੀ ਉਜਰਤ ਮਿਲਣੀ ਆ ਉਹ ਵੀ ਇਸ ਦੁਨੀਆ ਦੀ ਉਜਰਤ ਨਾਲੋਂ ਨਿਰਾਲੀ ਹੈ। ਪਰ ਕਦੋਂ? ਜਦੋਂ ਇਹਨੂੰ ਨਿਸ਼ਾਨਦੇਹੀ ਹੋਊਗੀ। ਹੁਣ ਅਸੀਂ ਅਕਲ ਦੇ ਨਾਲ ਕਰਦੇ ਹਾਂ, ਇਲਮ ਦੇ ਨਾਲ ਕਰਦੇ ਹਾਂ, ਤੇ ਫਿਰ ਇਲਮ ਦੇ ਨਾਲ ਤਾਂ ਇੱਥੇ ਬੈਠੇ ਰਹਿਣਾ। ਜਿੱਥੇ ਬੈਠੇ ਹਾਂ ਉਹ ਆਸਨ ਮਾਰੇ ਕਿਆ ਹੁਆ ਜਨ ਮਿਲੀ ਨਾ ਮਨ ਕੀ ਆਸ,
तेली कबीरा बैल यूं घर में कोस 50। कि फिर आसन मार के बैठे हैं तो फिर मन की प्यास ही पूरी नहीं हुई तो उसका की फायदा। कि तेली कबीरा बैल यूं घर में कोस 50। कि वो तेली का बैल होंदा वा कोलू के नाल उहनूं जोड़िया हुंदा, वो सवेर तो शाम तक कोलू के आसे पासे गड़े कढ़ी जांदा ते शाम नूं कहंदा जी मैं 50 मील सफ़र किया, 50 को सफ़र करिया तो किसी ने मनना, वो कहते तू तो घरों नहीं बाहर निकलिया। तो फिर रहनुमाई तो बगैर, मंजिल तो बगैर, पता होने तो बगैर साडी इबादत इदां ही है जिद्दां वो तेली का बैल आ कोलू के नाल जुड़िया होया, वो सवेर तो शाम तक उत्थे गेड़ा कढ़ी जांदा वा, ਉਹਦਾ सफ़र उन्ना ही है। लोकी आई जाते, वो तेल कढ़ा के लोकी ਲਈ ਜਾਂਦੇ ਆ, ਸਰੋਂ ਪਾਈ ਜਾਂਦੇ ਆ, ਤੇਲ ਕਢਾਈ ਜਾਂਦੇ ਆ ਤੇ ਲਈ ਜਾਂਦੇ ਆ, ਪਰ ਉਹ ਬੈਲ ਜਿਹੜਾ ਉਹਦਾ ਉਹ ਘਰ ਦਾ ਘਰ ਜੀ ਉੱਥੇ ਗੇੜੇ ਕੱਢੀ ਜਾਂਦਾ। ਤੇ ਫਿਰ ਦਾਨੇ ਕਹਿੰਦੇ ਕਿ ਗੌਰ ਕਰਕੇ ਤੇ ਤੂੰ ਵੀ ਉਹੀ ਬੈਲ ਤਾਂ ਨਹੀਂ ਹੈਗਾ ਕਿ ਜਿੱਥੇ ਤੂੰ ਗੇੜੇ ਕੱਢੀ ਜਾਂਦਾ ਇੱਕੋ ਥਾਂ ਦੇ ਉੱਤੇ ਨਹੀਂ, ਇੱਕ ਇੱਦਾਂ ਗੇੜੇ ਕੱਢਣਾ ਤੇਰਾ ਸਫ਼ਰ ਨਹੀਂ ਮੁੱਕਣਾ। ਸਫ਼ਰ ਤੇਰਾ ਉਦੋਂ ਮੁੱਕਣਾ ਵਾ ਜਦੋਂ ਇੱਦਾਂ ਤੂੰ ਸਿੱਧਾ ਚੱਲੇਗਾ। ਤੇ ਫਿਰ ਸਾਨੂੰ ਇਹ ਆ ਕਿ ਅੱਜ ਅਸੀਂ ਇਲਮ ਦੇ ਨਾਲ ਉਹ ਕੋਲੂ ਦੇ ਨਾਲ ਜੁੜੇ ਹੋਏ ਆ, ਉਹ ਦਿਨ ਰਾਤ ਉੱਥੇ ਗੇੜੇ ਕੱਢੀ ਜਾਂਦੇ ਆ, ਚੱਲੀ ਜਾਂਦੇ ਆ ਤੇ ਬੜੇ ਖੁਸ਼ ਹੁੰਦੇ। ਉਹ ਸਾਡੇ ਅੱਖਾਂ ਨੂੰ ਖੋਪੇ ਲੱਗੇ ਆ, ਖੋਪੇ ਲਾ ਕੇ ਗੇੜੇ ਕੱਢੀ ਜਾਂਦੇ ਆ। ਹੁਣ ਉਹ ਬੈਲ ਨੂੰ ਅੱਖਾਂ ਨੂੰ ਖੋਪੇ ਲਾ ਕੇ ਜੁੜੀ ਜਦੋਂ ਉਹਨੂੰ ਕੀ ਪਤਾ ਕਿ ਆਸੇ ਪਾਸੇ ਕੀ ਹੈ, ਤੇ ਜਿਸ ਵੇਲੇ ਉਹ ਖੋਪੇ ਉਤਰੇ ਹੋਣਗੇ ਮੰਜ਼ਿਲ ਆਪਣੀ ਤੈਅ ਕਰੂਗਾ, ਫਿਰ ਇਹਨੂੰ ਪਤਾ ਹੋਊਗਾ ਮੈਂ ਕਿਸ ਮੰਜ਼ਿਲ 'ਤੇ ਪਹੁੰਚਣਾ। ਹੁਣ ਇਹ ਜਿਹੜੀਆਂ ਚੀਜ਼ਾਂ ਵਾ ਕਿ ਇਹ ਕਦੋਂ ਮਿਲਦੀਆਂ ਵਾ ਜਦੋਂ ਗੌਰ ਕਰੀਏ। ਇਲਮ ਪੜ੍ਹੀ ਜੋ ਦਿਨ ਤੋਂ ਸਵੇਰ ਤੋਂ ਸ਼ਾਮ ਲਾ ਕੇ ਸ਼ਾਮ ਤੱਕ, ਤੇ ਨਮਾਜ਼ਾਂ ਪੜ੍ਹੀ ਜੋ ਸੁਬਾਹ ਤੋਂ ਲਾ ਕੇ ਸ਼ਾਮ ਤੱਕ। ਨਮਾਜ਼ ਪੜ੍ਹ ਲਈ ਠੀਕ ਆ, ਸਵਾਬ ਹੋ ਗਿਆ ਜੀ, ਹੋ ਗਿਆ ਸਵਾਬ ਦੀ ਹੱਦ ਤੱਕ ਤਾਂ ਠੀਕ ਆ। ਰੋਜ਼ਾ ਰੱਖਿਆ ਸਵਾਬ ਹੋਇਆ, ਠੀਕ ਆ। ਹਜ ਕੀਤਾ ਸਵਾਬ ਹੋਇਆ, ਜ਼ਕਾਤ ਦਿੱਤੀ ਆ ਸਵਾਬ ਹੋਇਆ। ਕੁਰਾਨੇ ਪਾਕ ਪੜ੍ਹਿਆ, ਅਲਫ ਲਾਮ ਮੀਮ ਪੜ੍ਹਿਆ, ਇੱਕ ਲਫ਼ਜ਼ ਦੇ ਬਦਲੇ 10 ਨੇਕੀਆਂ ਮਿਲ ਗਈਆਂ। 2 ਲਫ਼ਜ਼ ਪੜ੍ਹੇ 20 ਹੋ ਗਈਆਂ, 3 ਲਫ਼ਜ਼ ਪੜ੍ਹੇ 30 ਹੋ ਗਈਆਂ। ਨੇਕੀਆਂ ਤੇ ਤਾਂ ਲੱਗ ਗਿਆ ਢੇਰ। ਹੁਣ ਨੇਕੀਆਂ ਇੰਨੀਆਂ ਸਾਰੀਆਂ ਇਕੱਠੀਆਂ ਹੋ ਗਈਆਂ, ਹੁਣ ਨੇਕੀਆਂ ਨੂੰ ਵਰਤਣ ਦਾ ਪਤਾ ਹੀ ਨਹੀਂ ਕਿ ਵਰਤ ਕਿੱਥੇ ਹੋਣੀ। ਪੈਸਿਆਂ ਦਾ ਢੇਰ ਲਾ ਦਿਓ ਸਦਾਈ ਦੇ ਕੋਲ, ਕਮਲੇ ਦੇ ਕੋਲ, ਕਮਲੇ ਦੀਵਾਨੇ ਦੇ ਕੋਲ ਪੈਸਿਆਂ ਦਾ ਢੇਰ ਲਾ ਕੇ ਉਹਨੂੰ ਕੋਲੇ ਵੀ ਵਰਤ ਲਾ ਕੇ ਉਹਨੇ ਕੀ ਕਰ ਲੈਣਾ? ਜਾਂ ਉਹ ਤੀਲੀ ਲਾ ਕੇ ਅੱਗ ਸੇਕ ਲਊਗਾ ਜਾਂ ਚੁੱਕ ਕੇ ਉਡਾ ਦੂਗਾ। ਉਹਨੂੰ ਤਾਂ ਉਹਦੀ ਕਦਰ ਦਾ ਹੀ ਨਹੀਂ ਪਤਾ, ਇਹਦੀ ਕਦਰ ਕੀ ਹੈ। ਕਦਰ ਦਾ ਪਤਾ ਉਹਨੂੰ ਜਿਹੜਾ ਪੈਸੇ ਦੀ ਕਦਰ ਨਹੀਂ ਜਾਣਦਾ। ਹੀਰੇ ਦੀ ਪਛਾਣ ਜਵਾਰੀ ਨੇ ਕਰਨੀ ਆ, ਦੂਸਰੇ ਬੰਦੇ ਨੇ ਪਛਾਣ ਨਹੀਂ ਜੱਟ ਦੀ ਕਰਨੀ। ਤੇ ਵੇ ਇਹ ਆ ਕਿ ਇਲਮ ਜਿਹੜਾ ਹਾਸਲ ਕਰਕੇ ਅਸੀਂ ਸਵਾਬ ਇਕੱਠਾ ਕਰ ਲਿਆ, ਸਵਾਬ ਇਕੱਠਾ ਕਰਕੇ ਉਹਨੂੰ ਵਰਤਾ ਕਰਨਾ। ਉਹਦਾ ਵਰਤਾ ਜਿਹੜਾ ਹੋਣਾ ਵਾ ਉਹ ਹੁਣ ਸਾਨੂੰ ਨਹੀਂ ਪਤਾ, ਉਹਦੇ ਵਾਸਤੇ ਫਿਰ ਰਹਿਨੁਮਾਈ ਦੀ ਜ਼ਰੂਰਤ ਆ। ਇਹ ਤਾਂ ਸਵਾਬ ਤਾਂ ਇਹ ਆ ਕਿ 3 ਸਾਲ ਇੱਕ ਪਾਣੀ ਪੀਓ ਤਾਂ ਸਵਾਬ ਹੋ ਗਿਆ। ਤੁਰੇ ਜਾਂਦੇ ਬੰਦੇ ਨੂੰ ਸਲਾਮ ਕਰ ਦਿਓ ਤੇ ਸਵਾਬ ਹੋ ਗਿਆ, ਉਹਦਾ ਜਵਾਬ ਦੇ ਦਿਓ ਤੇ ਸਵਾਬ ਹੋ ਗਿਆ। ਤੇ ਸਵਾਬ ਇਕੱਠਾ ਕਰਨਾ ਕਿਹੜਾ ਸਵੇਰ ਤੋਂ ਸ਼ਾਮ ਤੱਕ ਜਿੰਨਾ ਮਰਜ਼ੀ ਕਰ ਲਓ, ਪਰ ਉਹਨੂੰ ਕਰਾਂਗੇ ਕੀ ਰੱਖ ਕੇ। ਉਹਨੂੰ ਖਰਚ ਕਰਨ ਦਾ ਤਰੀਕਾ ਪਤਾ ਹੋਣਾ ਚਾਹੀਦਾ ਕਿ ਮੇਰੇ ਕੋਲ ਇੰਨੇ ਪੈਸੇ ਆ ਗਏ, ਉਹਨੂੰ ਮੈਂ ਖਰਚ ਕਿੱਥੇ ਕਰਨੇ। ਉਹ ਖਰਚ ਕਰਨ ਦਾ ਤਰੀਕਾ ਫਿਰ ਉਹ ਰਹਿਨੁਮਾ ਤੋਂ ਬਗੈਰ ਨਹੀਂ ਮਿਲਣਾ। ਫਿਰ ਕਿਸੇ ਕੋਲ ਰਹਿਨੁਮਾਈ ਲਵੇ ਕਿ ਮੇਰੇ ਕੋਲ ਇੰਨੇ ਕੁ ਸਵਾਬ ਇਕੱਠਾ ਹੋ ਗਿਆ, ਮੈਂ ਹੁਣ ਇਹਦਾ ਕੀ ਲਵਾਂ। ਤੇ ਫਿਰ ਜਦੋਂ ਪਤਾ ਲੱਗ ਜੂਗਾ ਇਹਦਾ ਫੁੱਲ ਕੀ ਆ, ਇਹਦਾ ਖਰੀਦਦਾਰੀ ਕੀ ਮੈਂ ਕਰਨੀ ਹੈ, ਤੇ ਫਿਰ ਜਿਸ ਵੇਲੇ ਖਰੀਦਦਾਰੀ ਕਰੂਗਾ ਫਿਰ ਉਹਨੂੰ ਪਤਾ ਵੀ ਹੋਊਗਾ ਉਹ ਖਰੀਦਦਾਰੀ ਕਿਹਦੇ ਕੰਮ ਵੀ ਆਊਗੀ। ਤੇ ਉੱਦਾਂ ਨਹੀਂ ਤਾਂ ਫਿਰ ਪੈਸੇ ਆ ਹਵਾ 'ਚ ਉੜ ਜਾਣਗੇ ਜਾਂ ਕਿਸੇ ਲਊਗਾ, ਕੁਛ ਵੀ ਨਹੀਂ ਹੋਣਾ। ਫਿਰ ਸਵਾਬ ਕੁਰਾਨੇ ਪਾਕ ਨੂੰ ਪੜ੍ਹਨਾ ਹੁੰਦਾ ਵਾ, ਪਰ ਬਹੁਤਾ ਕੰਮ ਉਦੋਂ ਉਹਨੇ ਆਉਣਾ ਸਾਡੇ ਜਦੋਂ ਕੁਰਾਨੇ ਪਾਕ ਨੂੰ ਤੁਸੀਂ ਸਮਝੋ। ਫਿਰ ਕਿਤਾਬ ਆ, ਕਿਤਾਬ ਨੂੰ ਸਮਝਣ ਦਾ ਹੁਕਮ ਆਇਆ ਵਾ, ਪੜ੍ਹਨ ਦਾ ਹੁਕਮ ਵੀ ਆਇਆ, ਲੇਕਿਨ ਨਾਲ ਸਮਝਣ ਦਾ ਆਇਆ ਕਿ ਇਸ ਕੁਰਾਨ ਨੂੰ ਤੁਸੀਂ ਠਹਿਰ ਕੇ ਔਰ ਸਮਝ ਰੱਖੋ। ਉਹ ਸਾਡੇ ਹਦਲਿਲ ਮੁਤਕੀ ਕਿ ਉਹ ਕੀ ਆ, ਹਦਾਇਤ ਦਾ ਕਿਹੜਾ ਵਾਸਤੇ, ਮੁਤਕੀ ਲੋਕਾਂ ਵਾਸਤੇ। ਫਿਰ ਕੁਰਾਨੇ ਪਾਕ ਇੱਕ ਅੱਲਾ ਦੀ ਕਿਤਾਬ ਆ, ਉਹਨੂੰ ਪੜ੍ਹਨਾ ਵਾ, ਉਹਨੂੰ ਪੜ੍ਹਨ ਵਾਸਤੇ ਮੁਤਕੀ ਬਣਨਾ ਜ਼ਰੂਰੀ ਆ। ਅਗਰ ਮੁਤਕੀ ਨਹੀਂ ਤੇ ਫਿਰ ਕੁਰਾਨੇ ਪਾਕ ਨੇ ਤੁਹਾਨੂੰ ਰਾਹ ਨਹੀਂ ਦੇਣਾ। ਹਦਲਿਲ ਮੁਤਕੀਨ ਕਿ ਇਹ ਹਦਾਇਤ ਹੈ ਮੁਤਕੀ ਲੋਗੋਂ ਕੇ लिए। ਤੇ ਫਿਰ ਮੁਤਕੀ ਲੋਕਾਂ ਵਾਸਤੇ ਕੁਰਾਨੇ ਪਾਕ ਹਦਾਇਤ ਹੈ, ਆਮ ਬੰਦੇ ਵਾਸਤੇ ਹਦਾਇਤ ਹੈ। ਤੇ ਫਿਰ ਕੁਰਾਨੇ ਪਾਕ ਨੂੰ ਪੜ੍ਹਨ ਵਾਸਤੇ ਪਹਿਲਾਂ ਮੁਤਕੀ ਬਣਨਾ ਜ਼ਰੂਰੀ ਆ। ਫਿਰ ਦੇਖੀਏ ਕਿ ਆ ਮੁਤਕੀ ਅਸੀਂ ਬਣ ਗਏ ਹਾਂ। ਮੁਤਕੀ ਹੁੰਦਾ ਕੌਣ, ਕਹਿੰਦੇ ਕਿਹਨੂੰ, ਉਹਦੀ ਨਿਸ਼ਾਨੀ ਕੀ ਆ, ਉਹਦਾ ਕੰਮ ਕੀ ਆ। ਫਿਰ ਮੁਤਕੀ ਲੋਕਾਂ ਦੀ ਪਹਿਲਾਂ ਪਛਾਣ ਤਾਂ ਕਰੇ। ਜਿਸ ਵੇਲੇ ਮੁਤਕੀ ਲੋਕਾਂ ਦੀ ਪਛਾਣ ਕਰੂਗਾ ਫਿਰ ਇਹ ਮੁਤਕੀ ਹੋਊਗਾ। ਫਿਰ ਕੁਰਾਨੇ ਪਾਕ ਨੇ ਇਹਨੂੰ ਰਸਤਾ ਫੇਰ ਦੇਣਾ। ਇੱਕ ਕਿਤਾਬ ਆ ਕੁਰਾਨੇ ਪਾਕ, ਉਹਨੂੰ ਫਾਇਦਾ ਲੈਣ ਵਾਸਤੇ, ਹਦਾਇਤ ਲੈਣ ਵਾਸਤੇ ਮੁਤਕੀ ਹੋਣਾ ਜ਼ਰੂਰੀ ਹੈ। ਤੇ ਫਿਰ ਜਦੋਂ ਨਮਾਜ਼ ਪੜ੍ਹਦੇ ਕਿ ਉਹਦੇ ਵਾਸਤੇ ਮੁਤਕੀ ਹੋਣਾ ਜ਼ਰੂਰੀ ਨੇ, ਰੋਜ਼ਾ ਰੱਖਦੇ ਉਹਦੇ ਵਾਸਤੇ ਮੁਤਕੀ ਹੋਣਾ ਜ਼ਰੂਰੀ ਨੇ,
हज करते हैं, ज़कात देते हैं, कुर्बानी करते हैं, जो भी असी काम अमल करते हैं, क्या उन्होंने वास्ते फिर मुतकी होना जरूरी नहीं? फिर उन्होंने वास्ते भी कुराने पाक वास्ते मुतकी होना जरूरी है, उन्हें समझण वास्ते। तो फिर जी बाकी इबादत करते हैं उन्होंने भी समझण वास्ते मुतकी होना जरूरी है। वो फिर मुतकी लोगों की पछाण करनी, वो भी मुतकी होंदे कौन? असी हर नमाज दे विच असी दुआ मंगते हैं कि देखो कि नमाज पढ़ते हैं जिस वेले उस वेले सूरत कोई भी पढ़ लो, कोई डर नहीं, रुकू पढ़ लो, सूरा पढ़ लो, लेकिन अलहम शरीफ तो बगैर कोई भी नमाज नहीं। हर रकात दे विच अलहम शरीफ पढ़नी है। अलहम शरीफ दे विच असी की दुआ मंगते? अलहम शरीफ सूरत फातिहा की है, एक दुआ ही है ना। ਉਹਦੇ ਵਿੱਚ ਅਸੀਂ ਕੀ ਮੰਗਦੇ ਹਾਂ? ਆਪਣਾ ਸਿਰਾਤ ਅੱਲਾ ਜ਼ੀਨਾ ਅਨਅਮਤਾ ਅਲੈਹ, ਕਿ ਐ ਅੱਲਾ ਮੈਨੂੰ ਸਿੱਧੇ ਰਸਤੇ ਤੇ ਚਲਾ। ਕਿਹੜੇ ਰਸਤੇ ਤੇ? ਜਿਹਦੇ ਉੱਤੇ ਤੂੰ ਆਪਣੇ ਇਨਾਮ ਯਾਫਤਾ ਲੋਕ। ਤੇ ਇਨਾਮ ਯਾਫਤਾ ਲੋਕ ਕੌਣ ਆ? ਜਿਹੜੇ ਮੁਤਕੀ ਲੋਕ। ਤੇ ਫਿਰ ਉਹ ਪਛਾਣ ਕਰਨੀ ਪਊ ਕਿ ਅਸੀਂ ਨਮਾਜ਼ ਹਰ ਰਕਾਤ ਦੇ ਵਿੱਚ ਅਸੀਂ ਇਹ ਦੁਆ ਮੰਗਦੇ ਹਾਂ ਕਿ ਐ ਅੱਲਾ ਮੈਨੂੰ ਸਿੱਧੇ ਰਸਤੇ ਤੇ ਚਲਾ। ਕਿਹੜੇ ਰਸਤੇ ਤੇ? ਜਿਹਦੇ ਉੱਤੇ ਤੂੰ ਆਪਣੇ ਇਨਾਮ ਯਾਫਤਾ ਲੋਕ। फिर दुनिया के इनाम याफ्ता लोग जिहड़े आ उही जिहड़े मुतकी लोग। व अकीमु सलाता व आतु ज़काता वरकाऊ मअर राकिईन, जिहड़ी जगह जगह के उत्ते बयान आए आ, एक बारी नहीं, दो बारी नहीं, बहुत बारी आए आ कि व अकीमु सलाता, के कायम करो नमाज को, व आतु ज़काता, और दो ज़कात, वरकाऊ मअर राकिईन, के झुक जाओ झुकने वालों के साथ। यानी जमा का लफज आया वा, सीगा जड़ा वा जमा का वा, वाहद का नहीं। झुकने वाले के साथ नहीं, झुकने वालों के साथ। तो फिर झुकने वालों के साथ झुकना पऊगा। तो वो फिर जरूरी हो गया कि नमाज नूं अगर कायम करना, अगर ज़कात देनी आ तो कलिया ना करी, पहलों किसी दे विच जाके रल जा, झुकण वाले दे नाल रल जा, जाके उस जमात दे विच शामिल हो जा। ਜਦੋਂ ਤੂੰ ਉਸ ਜਮਾਤ ਦੇ ਵਿੱਚ ਸ਼ਾਮਲ ਹੋਏਗਾ ਫਿਰ ਉਹਨਾਂ ਦੇ ਨਾਲ ਰਲ ਕੇ ਝੁਕੀ। ਉਹ ਕਿਉਂ? ਕਿ ਉਹਨਾਂ ਨੂੰ ਪਤਾ ਕਿ ਝੁਕਣਾ ਕਿੱਦਾਂ ਤੇ ਝੁਕਣਾ ਕਿਉਂ ਆ। ਉਹ ਤੈਨੂੰ ਫਿਰ ਹਦਾਇਤ ਦੇਣਗੇ, ਝੁਕਣ ਦਾ ਤਰੀਕਾ ਦੱਸਣਗੇ। ਉਸ ਤਰੀਕੇ ਦੇ ਮੁਤਾਬਕ ਹੋ ਕੇ ਝੁਕੀ, ਫਿਰ ਤੇਰੀ ਨਮਾਜ਼ ਵੀ ਕਾਇਮ ਹੋ ਜਾਊਗੀ, ਤੇਰੀ ਜ਼ਕਾਤ ਵੀ ਹੋ ਜਾਊਗੀ। ਤੇ ਜੇ ਆਪਣੇ ਆਪ ਇਕੱਲਾ ਬੈਠ ਕੇ ਝੁਕੇਗਾ ਤੇ ਉਹ ਤੇਰੀ ਨਾ ਨਮਾਜ਼ ਕਾਇਮ ਹੋਣੀ ਆ ਤੇ ਨਾ ਤੇਰੀ ਜ਼ਕਾਤ ਹੋਣੀ। ਤੇ ਫਿਰ ਇੱਥੇ ਆ ਕੇ ਜ਼ਾਤ ਨੇ ਤਾਂ ਕੁਰਾਨੇ ਪਾਕ ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਤੇ, ਬਲਕਿ ਹਜ਼ੂਰ ਦੀਆਂ ਹਦੀਸਾਂ ਦੇ ਵਿੱਚ, ਕਿ ਹੁਣ ਸਾਡੇ ਵਾਸਤੇ ਸਭ ਤੋਂ ਬਹੁਤ ਬਿਰਤਾ ਜਿਹੜੀ ਆ ਕੁਰਾਨੇ ਪਾਕ ਆ ਤੇ ਹਜ਼ੂਰ ਦੀ ਫਰਮਾਨ। ਹੁਣ ਉਹਨਾਂ ਦੋਨਾਂ ਨੂੰ ਅਸੀਂ ਸਾਹਮਣੇ ਰੱਖੀਏ, ਬਾਕੀ ਅਸੀਂ ਛੱਡ ਦਈਏ। ਲੇਕਿਨ ਬਹੁਤ ਬਿਰਤਾ ਬਜ਼ੁਰਗਾਂ ਦੇ ਦੀਨ ਦੇ ਕੋਲ ਵੀ ਸਾਡੇ ਨੇ, ਲੇਕਿਨ ਉਹਨਾਂ ਨੂੰ ਇੱਕ ਪਾਸੇ ਕਰਕੇ ਅਸੀਂ ਸਿਰਫ ਕੁਰਾਨ ਔਰ ਹਦੀਸ ਨੂੰ ਦੇਖੀਏ ਤੇ ਉਹਦੇ ਵਿੱਚ ਵੀ ਹੁਕਮ ਇਹੀ ਹੁੰਦਾ। ਬਾਰ-ਬਾਰ ਤੁਹਾਨੂੰ ਹੁਕਮ ਕੀ ਆ ਗਿਆ ਹੋਇਆ ਵਾ कि तुसी कलिया कुछ ना करियो, पहलों किसी को रस्ता पुछ लियो, रहनुमाई लै लियो। तो जे कलिया ही सारा कुछ लभ जाता फिर नबी पैगंबर भेजन की किहड़ी जरूरत सी? तो फिर नबी पैगंबर ना उहदे ज़ात आपे डायरैक्ट ही भेजी जाता सारा कुछ। तो लेकिन की आ कि समझण वास्ते भी अपने नबी भेजे, पैगंबर भेजे। उन्होंने आके मुख्तलिफ इलाकों मुख्तलिफ जगह से मुख्तलिफ दौर के आके उन्होंने फिर की कीता? उन्होंने भी हदायत दी। वही हदायत जिहड़ी सी फिर हजूर ने आके किहड़ा कोई नवी हदायत दे दी, लेकिन वही हदायत जिहड़ी उन्होंने दी सी वो लोगों ने अमल नहीं किया, भुल गए हुए सी। हजूर ने आके उसे हदायत नूं दोबारा जिंदा कर दिता, जिंदा करके फिर साडे तिकर नमूना बन के साडे तिकर पहुँचाती। हुण जिस वेले साडे तिकर पहुँचाई आ, हुण साडा काम आ कि जिहड़ी सानूं साडे नबी दे कोलों हदायत मिली आ उस हदायत नूं सिर्फ ऐसे काम च ना रहिए अल्लाह 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 सवेर तो शाम तक तस्बीह करी जाइए। वो तस्बीह करने का की फायदा जी? अल्लाह को पता ही ना हो, अल्लाह भावें कोल खड़ा हो। कि जिहदा नाम पुकारते हैं, जिहदा नाम लैंदे आ सवेर तो लग के शाम तक, एक बंदे नूं सादे आ, मास्टर उन्हां नूं आवाज़ां दिंदे आ सवेर तो लग के शाम तक, किसी टाइम जे तुहाडे कोल आ जाण, तुसीं मास्टर उन्हां नूं जाणदे ही नहीं, ये कोल खड़े होणगे ते तुसीं मास्टर उन्हां नूं आवाज़ां देई जाओ ते इन्हां ने हसना। तो जब मैं कोल खड़ा वा फिर भी उची उची रौली पाउण लगा है। तो फिर नहीं, फिर जिहनूं पुकारना वा उहदी पहचान करनी जरूरी है। उहदी पहचान करांगे तो फिर उहनूं पुकारीए पहचान करके। फिर जदों साडे कोल आ जाऊगा तो सानूं पता लग जाऊगा कि लै आ सी जिहदा नाम है ला इलाहा इल्लल्लाह मुहम्मद रसूलुल्लाह।
ਕਿ ਗਵਾਹੀ ਦੇ ਦਿੰਦਾ ਅਸ਼ਹਦੁ ਅੱਲਾ ਇਲਾਹਾ ਇਲੱਲ੍ਲਾਹ। ਜਦੋਂ ਇਹ ਗਵਾਹੀ ਦੇ ਦਿੰਦਾ ਤੇ ਫਿਰ ਗਵਾਹੀ ਜਿਹੜੀ ਆ ਉਹ ਤਾਂ ਫਿਰ ਦੇਖ ਕੇ ਸਮਝ ਕੇ ਫਿਰ ਹੁੰਦੀ ਆ, ਵੈਸੇ ਤਾਂ ਹੁੰਦੀ ਹੁੰਦੀ। ਤੇ ਫਿਰ ਇਹਨੇ ਜਦ ਗਵਾਹੀ ਦੇਤੀ ਅਸ਼ਹਦੁ ਅੱਲਾ ਇਲਾਹਾ ਇਲੱਲ੍ਲਾਹ ਕਿਹਾ, ਇਹਦੇ ਵਾਸਤੇ ਜ਼ਰੂਰੀ ਹੋ ਗਿਆ ਕਿ ਪਹਿਲਾਂ ਸਮਝੇ ਕਿ ਮੈਂ ਗਵਾਹੀ ਕਿਹਦੀ ਦੇ ਰਿਹਾ। ਉਸ ਗਵਾਹੀ ਜਿਹੜੀ ਦੇਣੀ ਆ ਪਹਿਲਾਂ ਗਵਾਹ ਬਣਾਵੇ ਤਾਂ ਸਹੀ, ਪਹਿਲਾਂ ਗਵਾਹ ਬਣੇ ਤਾਂ ਸਹੀ, ਬਣ ਕੇ ਫਿਰ ਗਵਾਹੀ ਦੇਵੇ, ਫਿਰ ਕਹੇ ਅਸ਼ਹਦੁ ਅੱਲਾ ਇਲਾਹਾ ਇਲੱਲ੍ਲਾਹ। ਫਿਰ ਤਾਂ ਇਹਦੇ ਉਹ ਕਲਮਾ ਵੀ ਕਿਸੇ ਦੇਖੇ ਲੱਗਾ, ਲਾ ਇਲਾਹਾ ਇਲੱਲ੍ਲਾਹ ਮੁਹੰਮਦ ਰਸੂਲੁੱਲਾਹ, ਸਵੇਰ ਤੋਂ ਲਾ ਕੇ ਸ਼ਾਮ ਤੱਕ ਪੜ੍ਹੀ ਜਾਂਦਾ। ਲੇਕਿਨ ਜੇ ਇਹਦੇ ਮਤਲਬ ਦਾ ਹੀ ਨਹੀਂ ਪਤਾ, ਇਹਦੇ ਤਰੀਕੇ ਦਾ ਨਹੀਂ ਪਤਾ, ਤੇ ਫਿਰ ਕੀ ਫਾਇਦਾ ਹੋਇਆ ਪੜ੍ਹਨ ਦਾ। ਲਾ ਇਲਾਹਾ ਦੀਆਂ ਜ਼ਰਬਾਂ ਦੇ ਦੇ ਭਾਵੇਂ ਚੋ ਚੋ ਪਵੇ ਪਸੀਨਾ, ਕਹੇ ਗੁਲਾਮ ਫਰੀਦ ਬਿਨ ਗੁਰ ਕਾਮਲ ਸਾਲਕ ਸਮਝ ਨਬੀ। ਤੇ ਫਿਰ ਦਾਨਿਆਂ ਨੇ ਤੇ ਜਗ੍ਹਾ ਜਗ੍ਹਾ ਦੇ ਉੱਤੇ ਫਿਰ ਇਹ ਕਹਿਤਾ ਹੋਇਆ ਕਿ ਵੀ ਸਾਲ ਬਿਨ ਗੁਰ ਕਾਮਲ ਸਾਲਕ ਸਮਝ ਨਬੀ। ਤੇ ਫਿਰ ਸਾਲਕ ਜਿਹੜਾ ਵਾ ਬਿਨ ਗੁਰ ਕਾਮਲ ਨਬੀ ਨਾ ਵਾ ਮਨ ਕਾਨਾ ਵੀ ਹਾਜ਼ੇ ਹੀ ਆਵਾ ਵਾ ਹੋਵਾ ਫਿਲ ਆਖਿਰਾਤ ਆਮ। कुरान पाक च आ गया कि जो इस दुनिया में अंधे हैं वो आखिरत में भी अंधे होंगे बल्कि ज़्यादा गुमराह होंगे। ਹੁਣ ਦੁਨੀਆ ਦੇ ਅੰਨੇ ਜਿਹੜੇ ਆ ਉਹ ਕਿਆ ਅੱਖਾਂ ਤੋਂ ਜਿਹੜੇ ਅੰਨੇ ਆ ਉਹਨਾਂ ਦੀ ਗੱਲ ਕੀਤੀ ਹੈ? ਨਹੀਂ, ਉਹ ਅੰਨੇ ਆ ਕਿ ਜਿਨ੍ਹਾਂ ਨੇ ਇਲਮ ਹਾਸਲ ਕੀਤਾ ਲੇਕਿਨ ਇਲਮ ਹਾਸਲ ਕਰਕੇ ਇਲਮ ਨੂੰ ਸਮਝਿਆ ਨਹੀਂ। ਇਲਮ ਹਾਸਲ ਕਰਕੇ ਇਲਮ ਨੂੰ ਸਮਝਿਆ ਜਿਸ ਵੇਲੇ ਫਿਰ ਉਹ ਦੇਖਣ ਵਾਲੇ ਬਣ ਗਏ। ਜਦੋਂ ਸੁਜਾਕੇ ਬਣ ਗਏ ਤੇ ਫਿਰ ਉਹਨਾਂ ਨੇ ਦੇਖ ਕੇ ਜਦੋਂ ਇਬਾਦਤ ਕੀਤੀ ਆ ਫਿਰ ਉਹ ਆਖਰਤ ਵਾਲੇ ਦਿਨ ਅੱਖਾਂ ਵਾਲੇ ਉੱਠਣਗੇ। ਜਿਨ੍ਹਾਂ ਨੇ ਹਨੇਰੇ ਦੇ ਵਿੱਚ ਹੀ ਤੀਰ ਚਲਾਏ ਉਹ ਅੱਗੇ ਜਾ ਕੇ ਵੀ ਉਹ ਹਨੇਰੇ 'ਚ ਚਲਾਉਣਗੇ, ਉਹ ਅੰਨੇ ਹੀ ਹੋਣਗੇ। कि कुरान पाक कह रहा वा किसी और बंदे का कहना नहीं है, अल्लाह का कहना कि जो इस दुनिया में अंधे हैं वो आखिरत में भी अंधे होंगे बल्कि ज़्यादा गुमराह होंगे। तो ये वास्ते भी सानू जरूरत आ कि किसी गुर कामल तो यदी पहचान करके फिर असी अल्लाह भी कहना वा तो सोच के कहांगे। जे मुहम्मद रसूलुल्लाह कहने आ तो फिर समझ के कहिए, जे अशहदु ला इलाहा इल्लल्लाह कहने आ तो समझ के कहिए, जे अल्लाह अकबर कहने तो समझ के अल्लाह अकबर कहिए। मस्जिद के 5 टाइम अजान होती है, असीं सुनते अल्लाह अकबर असीं सुनते हैं, एक कान जो सुनीए दूसरे दिन पढ़ दी हय्या अला सलाह हय्या अला सलाह हय्या अला फलाह, एक कान जो सुनीए दूसरे कान से पढ़ दी। वो जिहड़ा पैगाम मिल लिया उस पैगाम के उत्ते अजान की एक पैगाम, उस पैगाम के उत्ते तो गौर करिए सानू पैगाम की मिल रहा कि वो जिहड़ा पैगाम मिल रहा वो उत्ते गौर करिए कि अल्लाह तो बड़ा है ही है आ। फिर नाल अशहदु ला इलाहा इल्लल्लाह वा तो फिर की आ कि ये साडे वास्ते एक रस्ता वा। अगर तुसीं अपने आप नूं सीधे रस्ते ते चलाउणा फिर सानू अल्लाह अकबर कहना पऊ, अल्लाह ते यकीन करना पऊगा। अल्लाह ते यकीन करके फिर नाल ही दूसरे अल्फाज की अशहदु ला इलाहा इल्लल्लाह। फिर जे किसी रस्ते ते पहुँचना वा ना पहलों अल्लाह ते यकीन करना पऊगा, फिर गवाही जिहड़ी अशहदु ला इलाहा दी देनी पऊगी। जदों फिर अल्लाह नूं पुकारन वास्ते अशहदु ला इलाहा दी गवाही दित्ती फिर की आ गया हय्या अला सलाह। फिर की आ कि नमाज थोड़ी कायम हो गई। फिर नमाज दा जिहड़े लुबे लबाब इहदे विचों निकलदा कि दोनों अजान दे जिहड़े पहले अल्फाज आ उन्हां दे विच ही पूरी नमाज जिहड़ी आ कायम हो जाती है कि जे नमाज कायम करनी है तो फिर की करो अल्लाह ते यकीन करके मुहम्मद की गवाही दे दो। फिर हय्या अला सलाह, फिर जदों हय्या अला सलाह हो गई कि नमाज वालू आ गया, नमाज की हो गई यदि जदों नमाज हो गई फिर हय्या अला फलाह। फलाह फिर है जवाब, फलाह फिर मिलनी है, उदा फलाह नहीं मिलनी हैगी। फलाह का रस्ता की आ अल्लाह ते यकीन ते ओहदे नबी दी गवाही। अल्लाह ते यकीन होवे ओहदे नबी दी गवाही होवे ते थोड़ी नमाज हो गई। जदों नमाज हो गई तो तुसीं फलाह वाले पासे नूं आ गए। ते जदों फिर फलाह वाले पासे नूं आ गए ते फिर की कहता, फिर खुश होकर कहता कि लै भी आखिर ते जाके अशहदु ला इलाहा इल्लल्लाह। फिर आखिर ते जाके फिर जिस वसीले दे नाल क्योंकि अल्लाह की गवाही जी सी हजूर की गवाही अल्लाह का नाम लिया तो हजूर की गवाही जी में शामिल रही। जो हजूर को वसीला बनाया फिर अल्लाह को पहुँचया तो यदी नमाज हुई, जो नमाज हुई तो फलाह वाले पास आ गया।
ਜਦੋਂ ਫਲਾਹ ਵਾਲੇ ਪਾਸੇ ਆ ਗਿਆ ਤੇ ਫਿਰ ਕੀ ਆਖਰ ਤੇ ਜਾ ਕੇ ਫਿਰ ਹਜ਼ੂਰ ਦੇ ਹੋਣੇ ਦੀ ਗਵਾਹੀ ਫਿਰ ਦੇ ਦਿੱਤੀ ਕਿ ਉਹਦਾ ਮੈਂ ਸ਼ੁਕਰ ਅਦਾ ਕਰਦਾ ਕਿ ਇਹਦੇ ਵਸੀਲੇ ਨਾਲ ਮੈਂ ਇਹ ਨਜਾਤ ਪਾਈ। ਫਿਰ ਅਜ਼ਾਨ ਵੀ ਸਾਡੇ ਵਾਸਤੇ ਅਗਰ ਗੌਰ ਕਰੀਏ ਅਲਫਾਜ਼ ਨਹੀਂ, ਕਿ ਉਹ ਦਾਨਿਆਂ ਨੇ ਜਿਹੜੇ ਅਲਫਾਜ਼ ਉਸ ਵੇਲੇ ਬਣਾਏ ਆ ਹਜ਼ੂਰ ਦੇ ਦੌਰ 'ਚ ਅਜ਼ਾਨ ਕਹੀ ਗਈ ਆ, ਉਹ ਸਾਹਬਾ ਕਰਾਮ ਦੇ ਮਸ਼ਵਰੇ ਦੇ ਨਾਲ ਅਲਫਾਜ਼ ਇਹ ਬਣਿਆ। ਵਰਨਾ ਪਹਿਲੇ ਜ਼ਮਾਨੇ 'ਚ ਤਾਂ ਕੋਈ ਡੱਫ ਵਜਾਉਂਦਾ ਸੀ ਜਦੋਂ ਇਬਾਦਤ ਲਈ ਇਕੱਠੇ ਕਰਦੇ ਸੀ, ਕੋਈ ਢੋਲ ਵਜਾਉਂਦਾ ਸੀ, ਕੋਈ ਬਾਜੇ ਵਜਾਉਂਦੇ ਸੀ। ਯਹੂਦੀ ਜਿਹੜੇ ਜਾਂ ਕਾਫਰ ਸੀ ਉਹ ਜਦੋਂ ਲੋਕਾਂ ਨੂੰ ਇਕੱਠਿਆ ਕਰਨਾ ਹੁੰਦਾ ਸੀ ਇੱਦਾਂ ਦੇ ਤਰੀਕੇ ਰਾਜ ਸੀ। ਅਤੇ ਫਿਰ ਹਜ਼ੂਰ ਦੇ ਮੰਨਣ ਵਾਲਿਆਂ ਨੇ ਫਰਜ਼ ਕੀਤੀ ਕਿ ਯਾ ਰਸੂਲੁੱਲਾਹ ਕੋ ਇੱਦਾਂ ਦਾ ਤਰੀਕਾ ਹੋਣਾ ਚਾਹੀਦਾ ਕਿ ਆਪਾਂ ਲੋਕਾਂ ਨੂੰ ਇਹ ਜਦੋਂ ਆਪਣੇ ਦਿਲ ਬਣਾਉਣਾ ਵਾ ਆਵਾਜ਼ ਕਿੱਦਾਂ ਦੇਈਏ। ਉਹ ਫਿਰ ਮਸ਼ਵਰੇ ਦੇ ਨਾਲ ਜਦੋਂ ਜਿਹੜੇ ਇਹ ਗਈ ਅਤੇ ਹਜ਼ੂਰ ਦਾ ਤਾਂ ਇੱਕ ਇੱਕ ਲਫ਼ਜ਼ ਇੱਕ ਇੱਕ ਵਕਤ ਜਿਹੜਾ ਵਾ ਉਹਦੇ ਵਿੱਚ ਦਰਾਈ ਸਾਹਬਾ ਇਕਰਾਮ ਦਾ ਇੱਕ ਇੱਕ ਕੌਲ ਔਰ ਇੱਕ ਇੱਕ ਫੇਲ ਜਿਹੜੀ ਆ ਉਹ ਹਿਕਮਤ ਦੇ ਨਾਲ ਭਰਿਆ ਹੋਇਆ। ਅਤੇ ਫਿਰ ਜਿਹੜੇ ਅਜ਼ਾਨ ਦੇ ਅਲਫਾਜ਼ ਬਣਾਏ ਕੀ ਯਾਨੀ ਕਿ ਇਕੱਠੇ ਕੀਤੇ ਬਣੇ ਤਾਂ ਪਹਿਲੋਂ ਹੀ ਸੀ, ਅਤੇ ਲੇਕਿਨ ਉਹਨਾਂ ਨੂੰ ਜਿਹੜੀ ਤਰਤੀਬ ਦਿੱਤੀ ਉਹ ਜਿਹੜੀ ਤਰਤੀਬ ਦਿੱਤੀ ਉਹਦੇ ਵਿੱਚ ਵੀ ਇੱਕ ਰਾਜ਼ ਰੱਖਿਆ। ਪਰ ਰਾਜ਼ ਰੱਖ ਕੇ ਕੀ ਕਹਿ ਲਿਆ, ਹੁਣ ਜਿਹੜੇ ਸਮਝਣ ਵਾਲੇ ਹੋਣਗੇ ਉਹ ਇਸ ਪੈਗਾਮ ਨੂੰ ਲੈ ਕੇ ਤੋਂ ਹਦਾਇਤ ਪਾ ਜਾਣਗੇ, ਜਿਹੜੇ ਨਹੀਂ ਸਮਝਣ ਵਾਲੇ ਉਹ ਇਹੀ ਕਹਿਣਗੇ ਅਜ਼ਾਨ ਹੁੰਦੀ ਆ ਵੀ ਕੰਮ ਛੱਡ ਦਿਓ, ਵੱਧ ਤੋਂ ਵੱਧ ਇਹੀ ਕਰਨਗੇ ਕੰਮ ਛੱਡ ਦੇਣਗੇ। ਹੋਰ ਕੀ ਕਰਨਗੇ ਕਿ ਜੀ ਅਜ਼ਾਨ ਹੁੰਦੀ ਹੈ ਚਲੋ ਨਾਲ ਦਿਲ ਦੇ ਵਿੱਚ ਅਜ਼ਾਨ ਚਾਹੀਏ, ਹਜ਼ੂਰ ਦਾ ਨਾਮ ਆਊਗਾ ਚੁੱਪ ਕੇ ਅੱਖਾਂ ਨਾਲ ਲਾ ਲੈਣਗੇ, ਹੋਰ ਇਸ ਤੋਂ ਵੱਧ ਕੀ ਕਰਨਾ। ਹਦਾਇਤ ਤਾਂ ਕੋਈ ਨਹੀਂ ਪਾਈ ਉਹ 'ਚ, ਸਿਰਫ ਅਲਫਾਜ਼ ਸਮਝ ਕੇ ਉਹ ਆਪਣੇ ਉੱਤੋਂ ਦੀ ਗੁਜ਼ਾਰਦੇ, ਅਲਫਾਜ਼ ਸਮਝ ਕੇ ਆਪਣੇ ਉੱਤੋਂ ਨਹੀਂ ਗੁਜ਼ਾਰਦੇ, ਉਹਨਾਂ 'ਤੇ ਗੌਰ ਕਰਨਾ। ਫਿਰ ਹਰ ਫੇਲ ਹਰ ਕੌਲ ਜਿਹੜਾ ਵਾ ਇਹਦੇ ਵਿੱਚ ਕੋਈ ਨਾ ਕੋਈ ਹਿਕਮਤ। ਅਤੇ ਫਿਰ ਇੱਕ ਛੋਟੀ ਜਿਹੀ ਅਜ਼ਾਨ ਹੀ ਹੈ, ਅਜ਼ਾਨ ਦੇ ਵਿੱਚ ਏਡੀ ਵੱਡੀ ਹਿਕਮਤ ਹੈ। ਅਤੇ ਬਾਕੀ ਅਗਲੀਆਂ ਜਿਹੜੀਆਂ ਇਬਾਦਤਾਂ ਜਿਹੜੀਆਂ ਉਹਨਾਂ 'ਚ ਹਜ਼ੂਰ ਦੀ ਕਿੰਨੀ ਹਿਕਮਤ ਹੈ। ਫਿਰ ਵਜ਼ੂ ਕਰਦੇ ਹਾਂ ਉਹਦੇ ਵਿੱਚ ਕੋਈ ਹਿਕਮਤ ਹੈ ਕਿ ਵਜ਼ੂ ਤੋਂ ਬਗੈਰ ਅਸੀਂ ਇਬਾਦਤ ਨਹੀਂ ਕਰਦੇ। ਫਿਰ ਵਜ਼ੂ 'ਚ ਵੀ ਇੱਕ ਹਿਕਮਤ ਰੱਖੀ ਆ ਕਿ ਜੇ ਵਜ਼ੂ ਕਰਦੇ ਹਾਂ ਤੁਸੀਂ ਆਹ ਹਿਕਮਤ ਨੂੰ ਗੌਰ ਕਰੋ ਕਿ ਆਹ ਹੱਥ ਮੂੰਹ ਧੋ ਲਿਆ ਅਤੇ ਫਿਰ ਇਹ ਵਜ਼ੂ ਹੋ ਗਿਆ। ਉਹ ਡੇਢ ਕੁਵਾਲ ਜਿਸ ਤਰ੍ਹਾਂ ਕੁਵਾਲੀ ਜੀ ਅਕਸਰ ਉਹ ਕਹਿੰਦਾ ਵਾ ਕਿ 5 ਵੇਲੇ ਹੱਥ ਮੂੰਹ ਪੈਰ ਧੋਵੇਂ, ਤੈਨੂੰ ਕੀ ਲੱਗਿਆ ਜਿਹੜਾ ਲੈਂਦਾ ਹੀ ਨਹੀਂ। ਆ ਕੇ 5 ਵੇਲੇ ਲੱਗਾ ਇਹਨੂੰ ਧੋਣੇ ਨੂੰ, ਕਿਹੜੀ ਸ਼ੈ ਲੱਗੀ ਜਿਹੜੀ ਲੈਣ ਹੀ ਨਹੀਂ ਲੱਗੀ ਉਹਨੂੰ ਲਾਈ ਜਾਂਦਾ ਨਹੀਂ। ਫਿਰ ਕੁਛ ਲੱਗਾ ਹੋਇਆ ਵਾ, ਉਹ ਕੀ ਲੱਗਾ ਹੋਇਆ ਵਾ ਉਹ ਇੱਦਾਂ ਨਹੀਂ ਪਤਾ ਲੱਗਦਾ, ਉਹ ਕਿਸੇ ਰਾਜ਼ਦਾਨ ਕੋਲ ਜਾ ਕੇ ਪਤਾ ਲੱਗਣਾ ਇਹਨੂੰ ਲੱਗਾ ਕੀ ਹੋਇਆ। ਜਿਹਨੂੰ ਲਾਉਂਦਾ 5 ਵੇਲੇ ਆਪਣੇ ਨਾਲ, ਜਿੱਦੋਂ ਜਾਨ ਛਡਾਉਂਦਾ ਹੈ ਉਹ ਫੇਰ ਨਹੀਂ ਜਾਨ ਛੱਡਦਾ, ਉਹ ਫੇਰ ਆ ਜਾਂਦਾ, ਫੇਰ ਜਾਨ ਛਡਾਉਂਦਾ ਉਹ ਫੇਰ ਆ ਜਾਂਦਾ। ਉਹ ਕਿਹੜੀ ਚੀਜ਼ ਇਹਨੂੰ ਲੱਗੀ ਹੈ ਜਿਹਨੂੰ ਲਾਉਣ ਲੱਗਾ ਹੋਇਆ ਵਾ 5 ਵੇਲੇ। ਫਿਰ ਯਾਨੀ ਕਿ ਇੱਕ ਵਜ਼ੂ ਅਜ਼ਾਨ ਤੋਂ ਬਾਅਦ ਫਿਰ ਕੀ ਅਸੀਂ ਵਜ਼ੂ ਕਰਦੇ ਹਾਂ, ਵਜ਼ੂ ਵਿੱਚ ਵੀ ਕੋਈ ਹਿਕਮਤ ਹੈ ਸੋਚੋ। ਅਤੇ ਫਿਰ ਇਸ ਤੋਂ ਬਾਅਦ ਫਿਰ ਅਸੀਂ ਨਮਾਜ਼ ਪੜ੍ਹਦੇ ਹਾਂ, ਉਹਦੇ ਵਿੱਚ ਵੀ ਕੋਈ ਹਿਕਮਤ ਹੈ। ਰੋਜ਼ਾ ਰੱਖਦੇ ਹਾਂ, ਹੱਜ ਕਰਦੇ ਹਾਂ, ਜ਼ੁਕਾਤ ਦਿੰਦੇ। ਹੱਜ ਕਿਹਾ ਇਸੇ ਚੀਜ਼ ਦਾ ਨਾਮ ਆ ਕਿ ਗਏ ਕਾਬੇ ਗਏ, ਉੱਥੇ ਤਵਾਫ ਕੀਤਾ, ਸਫਾ ਮਰਵਾ ਫਿਰੇ, ਜਾਂ ਮੈਦਾਨ ਅਰਫਾ 'ਚ ਗਏ, ਕੁਰਬਾਨੀ ਕੀਤੀ ਅਤੇ ਘਰ ਆ ਗਿਆ। ਕਿ ਹੱਜ ਇਸੇ ਚੀਜ਼ ਦਾ ਨਾਮ। ਉੱਥੋਂ ਕੁਛ ਲੈਣ ਜਾਣਾ ਅਤੇ ਲੈਣ ਉੱਥੋਂ ਜਾਣਾ ਵਾ, ਅਤੇ ਲੈਣ ਅੱਜ ਵੀ ਜਾਂਦੇ ਆ, ਪਰ ਜੋ ਲੈਣ ਜਾਣਾ ਉਹ ਨਹੀਂ ਲੈਂਦੇ, ਕੁਛ ਹੋਰ ਲੈ ਕੇ ਆਉਂਦੇ। ਯਾਨੀ ਜਿਹੜੇ ਸਮਝਦਾਰ ਆ ਉਹ ਕੁਝ ਹੋਰ ਲੈ ਕੇ ਆਉਂਦੇ ਆ। ਆਮ ਜਾ ਕੇ ਉੱਥੋਂ ਫਿਰ ਖਜੂਰਾਂ ਲੈ ਕੇ ਆਉਂਦੇ ਆ ਅਤੇ ਟੋਪੀਆਂ ਲੈ ਕੇ ਆਉਂਦੇ, ਤਸਬੀਹਾਂ ਲੈ ਕੇ ਉਹ ਲਿਆ ਕੇ ਫਿਰ ਕੀ ਆ ਰਿਸ਼ਤੇਦਾਰਾਂ ਨੂੰ ਦੇਵਾਂਗੇ, ਪਤਾ ਲੱਗੇ ਕਿ ਹੱਜ ਕਰਕੇ ਆਇਆ। ਫਿਰ ਟੋਪੀਆਂ ਜਾਂ ਖਜੂਰਾਂ ਲੈਣ ਨਹੀਂ ਜਾਣਾ, ਉੱਥੋਂ ਦਾ ਕੁਛ ਹੋਰ ਹਾਸਿਲ ਕਰਨਾ, ਏਡੀ ਦੂਰ ਸਫ਼ਰ ਕਰਕੇ ਜਾਣਾ। ਜਦੋਂ ਏਡੀ ਦੂਰ ਸਫ਼ਰ ਕਰਕੇ ਜਾਣਾ, ਉਹ ਤੋਂ ਕੁਛ ਹਾਸਿਲ ਕਰਨਾ।